ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਲਾਅ ਸਟੱਡੀ ਲੈਬ ਤੇ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਸ਼ਾਖਿਆ ਅਧਿਨਿਯਮ 2023 ਬਾਰੇ। ਇਹ ਕਾਨੂੰਨ ਭਾਰਤ ਵਿੱਚ ਸ਼ਾਖਿਆ ਯਾਨੀ ਐਵੀਡੈਂਸ ਦੇ ਮਾਮਲੇ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਇਸ ਵੀਡੀਓ ਨੂੰ ਅਸੀਂ ਇਸ ਅਧਿਨਿਯਮ ਦੇ ਕਲੌਜ਼ 1 ਤੋਂ ਕਲੌਜ਼ 14 ਤੱਕ ਡਿਟੇਲ ਵਿੱਚ ਸਮਝਾਵਾਂਗੇ ਤਾਂ ਜੋ ਤੁਸੀਂ ਇਹਨੂੰ ਆਸਾਨੀ ਨਾਲ ਸਮਝ ਸਕੋ। ਤਾਂ ਚਲੋ ਸ਼ੁਰੂ ਕਰਦੇ ਹਾਂ। Clause 1 short title and commencement. Clause 1 tells the name of the act and when it will start. मतलब Clause 1 है जो भारतीय शाखिया अधिनियम ਦਾ मेन होता है कि एक्ट का नाम किया तो कदों लागू होया। एग्जांपल, if the act says it will start from 1st July 2024, then from that date onwards the rules in this act will be followed। मतलब कि जे ਇਹ एक्ट ਦੇ ਵਿੱਚ ਲਿਖਿਆ ਗਿਆ ਕਿ 1 ਜੁਲਾਈ 2024 ਤੋਂ ਸਟਾਰਟ ਹੋਇਆ ਤਾਂ ਫਿਰ ਉਸੇ ਦਿਨ ਤੋਂ ਹੀ ਇਹਦੇ ਸਾਰੇ ਰੂਲਸ ਜਿਹੜੇ ਲਾਗੂ ਹੋ ਜਾਣਗੇ। Clause 2 definition. This clause explains the important words used in the act। ਜਿਹੜਾ clause 2 ਹੈ ਉਹਨਾਂ ਵਰਡਸ ਨੂੰ ਡਿਫਾਈਨ ਕਰਦਾ ਹੈ ਕਿ ਜਿਹੜੇ ਲੋਕ ਵਿੱਚ ਖਾਸ ਤੌਰ ਤੇ ਯੂਜ਼ ਹੋਏ। Example, authority means the government body responsible for enforcing this act। Authority ਦਾ ਮਤਲਬ ਉਹ ਵਾਲਾ ਸਰਕਾਰੀ ਡਿਪਾਰਟਮੈਂਟ ਜੋ ਇਸ ਕਾਨੂੰਨ ਨੂੰ ਲਾਗੂ ਕਰੇਗਾ। Clause 3 applicability. Clause 3 says where and to whom the act applies। Clause 3 ਸਾਨੂੰ ਇਹ ਦੱਸਦਾ ਹੈ ਕਿ ਐਕਟ ਕਿੱਥੇ ਤੇ ਕਿੰਨਾ ਲੋਕਾਂ ਤੇ ਅਪਲਾਈ ਹੋਏਗਾ। Example, if the act applies only to businesses in India, then companies outside India are not covered। ਇਹ ਕਲੌਜ਼ ਸਾਨੂੰ ਇਹ ਦੱਸਦਾ ਕਿ ਜੇ ਇਹ ਐਕਟ ਇੰਡੀਆ ਦੀਆਂ ਕੰਪਨੀਆਂ ਤੇ ਲਾਗੂ ਹੋਊਗਾ ਤਾਂ ਉਹ ਬਾਹਰ ਦੀਆਂ ਕੰਪਨੀਆਂ ਤੇ ਲਾਗੂ ਨਹੀਂ ਹੋ ਸਕਦਾ। Clause 4 authority and powers. This clause describe which authority will work under this act and their powers। Clause 4 ਸਾਨੂੰ ਇਹ ਦੱਸਦਾ ਹੈ ਕਿ ਇਹਦੇ ਵਿੱਚ ਕਿਹੜਾ ਸਰਕਾਰੀ ਵਿਭਾਗ ਕੰਮ ਕਰੇਗਾ ਤੇ ਉਹਦੀਆਂ ਕੀ ਪਾਵਰਸ ਹੋਣਗੀਆਂ, ਕਿ ਉਹਦੇ ਕੋਲ ਕੀ ਅਧਿਕਾਰ ਹੋਣਗੇ। Example, the authority can order a company to stop illegal activities। ਇਹਦੇ ਵਿੱਚ ਅਥਾਰਟੀ ਨੂੰ ਇੰਨਾ ਕੁ ਅਧਿਕਾਰ ਹੋਏਗਾ ਕਿ ਉਹ ਜੋ ਕੋਈ ਵੀ ਕੰਪਨੀ ਇਲੀਗਲ ਵਰਕ ਕਰ ਰਹੀ ਹੈ ਤਾਂ ਉਹਨੂੰ ਉਹ ਰੋਕ ਸਕਦੀ ਹੈ। Clause 5 registration process. Clause 5 explains how to register under the act। ਇਹ clause ਦੱਸਦਾ ਹੈ ਕਿ ਇਸ ਕਾਨੂੰਨ ਦੇ ਤਹਿਤ ਰਜਿਸਟ੍ਰੇਸ਼ਨ ਕਿਵੇਂ ਕਰਨਾ ਹੋਵੇਗਾ। ਇਹਦਾ ਸਿੰਪਲ ਹੈ, ਤੁਸੀਂ ਕਿੱਥੇ ਜਾ ਕੇ ਕਿੰਨੇ ਡਾਕੂਮੈਂਟਸ ਦੇ ਨਾਲ ਤੇ ਕਿਹੜੇ ਸਟੈਪਸ ਫੋਲੋ ਕਰਕੇ ਆਪਣਾ ਪੰਜੀਕਰਨ ਪੂਰਾ ਕਰ ਸਕਦੇ ਹੋ, ਉਹ ਸਭ clause ਵਿੱਚ ਲਿਖਿਆ ਹੋਇਆ ਹੈ। Example, a company must fill a form and submit documents to register। ਇਹਦੇ ਵਿੱਚ ਇਹ ਦੱਸਿਆ ਹੈ ਕਿ ਇੱਕ ਕੰਪਨੀ ਹੈ, ਉਹਨੂੰ ਰਜਿਸਟ੍ਰੇਸ਼ਨ ਕਰਨ ਲਈ ਪਹਿਲਾਂ ਤਾਂ ਇੱਕ ਫਾਰਮ ਫਿਲ ਕਰਨਾ ਪਊਗਾ, ਫਿਰ ਜਿਹੜੇ ਜ਼ਰੂਰੀ ਡਾਕੂਮੈਂਟਸ ਹੋਣਗੇ ਉਹਨੂੰ ਜਮ੍ਹਾਂ ਕਰਾਉਣੇ ਪੈਣਗੇ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਸੀ। Clause 6 duties of registered entities। This clause lists the duties registered entities must follow। ਇਹ clause ਜਿਹੜੇ ਰਜਿਸਟਰਡ ਕੰਪਨੀਆਂ ਹੁੰਦੀਆਂ ਉਹਨਾਂ ਦੀਆਂ ਡਿਊਟੀਜ਼ ਦੀ ਲਿਸਟ ਬਣਾਉਂਦਾ ਹੈ ਕਿ ਉਹਨਾਂ ਦੀ ਕੀ ਡਿਊਟੀਜ਼ ਨੇ। Example, a registered business must keep proper records and share them when asked। ਮਤਲਬ ਕਿ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਦੀਆਂ ਕੰਪਨੀਆਂ ਰਜਿਸਟਰਡ ਹੋਈਆਂ ਨੇ ਉਹਨਾਂ ਨੂੰ ਆਪਣਾ ਪ੍ਰੋਪਰ ਰਿਕਾਰਡ ਰੱਖਣਾ ਪਊਗਾ ਤੇ ਜਦੋਂ ਵੀ ਕੋਈ ਉਹਨਾਂ ਨੂੰ ਰਿਕਾਰਡ ਦਿਖਾਉਣ ਦੀ ਜ਼ਰੂਰਤ ਪਊਗੀ ਤਾਂ ਉਹਨਾਂ ਨੂੰ ਦਿਖਾਉਣਾ ਪਊਗਾ। Clause 7 penalties for non-compliance। Clause 7 explains punishments for breaking the rules। Clause 7 punishment ਬਾਰੇ ਦੱਸਦਾ ਹੈ ਕਿ ਜੇ ਕੋਈ ਕੰਪਨੀ ਰੂਲ ਤੋੜਦੀ ਹੈ ਤਾਂ ਉਹਨੂੰ ਕੀ punishment ਦਿੱਤੀ ਜਾਏਗੀ। Example, if a company breaks rules, it may have to pay a fine or face legal action। ਜੇਕਰ ਕੋਈ ਵੀ ਕੰਪਨੀ ਰੂਲ ਤੋੜਦੀ ਹੈ ਤਾਂ ਉਹਨੂੰ ਉਹਦੇ ਲਈ ਫਾਈਨ ਭਰਨਾ ਪੈ ਸਕਦਾ ਤੇ ਉਹਦੇ ਲਈ ਕੋਈ ਵੀ ਕਾਨੂੰਨੀ ਕਾਰਵਾਈ ਉਹਦੇ ਤੇ ਹੋ ਸਕਦੀ ਹੈ। Clause 8 appeals। This clause gives the rights to challenge decisions। Clause 8 ਕੰਪਨੀ ਨੂੰ ਇਹ ਰਾਈਟ ਦਿੰਦਾ ਹੈ ਕਿ ਜੇਕਰ ਉਹਦੇ ਖਿਲਾਫ ਅਦਾਲਤ ਨੇ ਗਲਤ ਫੈਸਲਾ ਲੈ ਲਿਆ ਤਾਂ ਉਹ ਉੱਚ ਅਦਾਲਤ ਵਿੱਚ ਜਾ ਕੇ ਅਪੀਲ ਕਰ ਸਕਦਾ ਹੈ। Example, if a company is fined, it can appeal to a higher authority। ਜੇਕਰ ਕਿਸੇ ਕੰਪਨੀ ਨੂੰ ਫਾਈਨ ਲੱਗ ਗਿਆ ਕਿਸੇ ਬਿਨਾਂ ਵਜ੍ਹਾ ਤੋਂ without any reason ਕੰਪਨੀ ਨੂੰ ਫਾਈਨ ਲੱਗਾ ਹੈ ਤਾਂ ਉਹ ਉੱਚ ਅਦਾਲਤ ਵਿੱਚ ਜਾ ਕੇ ਆਪਣਾ ਇਹ ਅਪੀਲ ਰੱਖ ਸਕਦਾ ਹੈ ਕਿ ਉਹਨੂੰ ਗਲਤ ਫਾਈਨ। Clause 9 inspection and investigation। Clause 9 gives power to inspect registered entities। Clause 9 ਸਰਕਾਰੀ ਅਧਿਕਾਰੀਆਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਜੋ ਰਜਿਸਟਰਡ ਕੰਪਨੀਆਂ ਨੇ ਉਹਨਾਂ ਦੀ ਉਹ ਚੈਕਿੰਗ ਕਰ ਸਕਦੇ। Example, officials can visit a company's office to check if it follows rules। ਜਿਹੜੇ ਸਰਕਾਰੀ ਅਧਿਕਾਰੀ ਆ ਉਹ ਕੰਪਨੀ ਦੇ ਆਫਿਸ ਵਿੱਚ ਜਾ ਕੇ ਇਹ ਚੈੱਕ ਕਰ ਸਕਦੇ ਨੇ ਕਿ ਕਾਨੂੰਨ ਦੁਆਰਾ ਬਣਾਏ ਗਏ ਰੂਲਸ ਨੂੰ ਫੋਲੋ ਕਰ ਵੀ ਰਹੇ ਨੇ ਜਾਂ ਫਿਰ ਨਹੀਂ ਕਰ ਰਹੇ। Clause 10 confidently। This clause says that information collected must be kept secret। Clause 10 ਇਹ ਦੱਸਦਾ ਹੈ ਕਿ ਜਿਹੜੀ ਵੀ ਇਨਫੋਰਮੇਸ਼ਨ ਲਈ ਜਾਊਗੀ ਉਹਨੂੰ ਸੀਕ੍ਰੇਟ ਰੱਖਿਆ ਜਾਊਗਾ, ਉਹਨੂੰ ਪਬਲਿਕ ਵਿੱਚ ਸ਼ੇਅਰ ਨਹੀਂ ਕੀਤਾ ਜਾਊਗਾ। Example, personal details of registered persons cannot be shared publicly। ਜੋ ਕਿ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਜਿਹੜੀ ਵੀ ਪਰਸਨ ਦੀ ਡਿਟੇਲ ਲਈ ਜਾਊਗੀ ਉਹਨੂੰ ਪਬਲਿਕ ਵਿੱਚ ਸ਼ੇਅਰ ਨਹੀਂ ਕੀਤਾ ਜਾਊ। Clause 11 reporting requirements। Clause 11 requires regular reports from registered entities। ਇਹ ਦੱਸਦਾ ਹੈ ਕਿ ਜਿਹੜੀਆਂ ਵੀ ਕੰਪਨੀਆਂ ਰਜਿਸਟਰਡ ਹਨ ਉਹਨਾਂ ਨੂੰ ਸਮੇਂ-ਸਮੇਂ ਤੇ ਆਪਣੀ ਰਿਪੋਰਟ ਦੇਣੀ ਪਏਗੀ।
Example, a company must send yearly reports on its activities to the authority. ਇੱਕ ਕੰਪਨੀ ਨੂੰ ਆਪਣੀ ਸਾਲਾਨਾ ਰਿਪੋਰਟ ਸਰਕਾਰੀ ਅਧਿਕਾਰੀਆਂ ਨੂੰ ਸੈਂਡ ਕਰਨੀ ਹੀ ਪਏਗੀ। Clause 12 Funds and accounts. This clause explains money management under the act. Clause 12 ਵਿੱਚ ਪੈਸੇ ਤੇ ਖਾਤਿਆਂ ਦੇ ਪ੍ਰਬੰਧ ਦੀ ਗੱਲ ਕੀਤੀ ਗਈ ਹੈ। Example, money collected as fees must be kept in separate accounts and properly recorded. ਜਿਹੜੇ ਵੀ ਪੈਸੇ ਫੀਸ ਦੇ ਰੂਪ ਵਿੱਚ ਲਏ ਜਾਣਗੇ ਉਸ ਨੂੰ ਅਲੱਗ ਖਾਤੇ ਵਿੱਚ ਰੱਖਿਆ ਜਾਊਗਾ ਤੇ ਉਹਦਾ ਪ੍ਰੋਪਰ ਰਿਕਾਰਡ ਵੀ ਰੱਖਿਆ ਜਾਏਗਾ। Clause 13 Power to make rules. Clause 13 lets the government make rules to implement the act. Clause 13 ਸਰਕਾਰ ਨੂੰ ਰੂਲ ਬਣਾਉਣ ਦਾ ਅਧਿਕਾਰ ਦਿੰਦਾ ਹੈ। Example, government can make rules about how to apply for registration. For example, government ਇਹ ਰੂਲ ਬਣਾ ਸਕਦੀ ਹੈ ਕਿ ਰਜਿਸਟ੍ਰੇਸ਼ਨ ਕਿਵੇਂ ਕਰਨਾ, ਉਹਦੇ ਲਈ ਕੀ ਡਾਕੂਮੈਂਟਸ ਚਾਹੀਦੇ ਨੇ, ਕੀ ਰੂਲ, ਸਭ ਕੁਝ ਗਵਰਨਮੈਂਟ ਇਹਦੇ ਵਿੱਚ ਤੈਅ ਕਰ ਸਕਦੀ ਹੈ। Clause 14 Power to remove difficulties. This clause lets government fix any problems faced while applying the act. ਇਹ clause ਸਰਕਾਰ ਨੂੰ ਅਧਿਨਿਯਮ ਲਾਗੂ ਕਰਦੇ ਸਮੇਂ ਜਿਹੜੀ ਵੀ ਪ੍ਰੋਬਲਮ ਹੁੰਦੀ ਹੈ ਉਹਨੂੰ ਫਿਕਸ ਕਰਨ ਦਾ ਅਧਿਕਾਰ ਦਿੰਦਾ ਹੈ। Example, if something is unclear in the law, government can issue clarification. ਜੇਕਰ ਕਾਨੂੰਨ ਦੇ ਵਿੱਚ ਕੋਈ ਵੀ ਗਲਤੀ ਹੁੰਦੀ ਹੈ ਜਾਂ ਫਿਰ ਕੋਈ ਵੀ ਉਹਨੂੰ ਸਮਝਣ ਦੇ ਵਿੱਚ ਮੁਸ਼ਕਿਲ ਹੁੰਦੀ ਹੈ ਤਾਂ ਸਰਕਾਰ ਲੋਕਾਂ ਨੂੰ ਸਮਝਾਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕਰ ਸਕਦੀ ਹੈ। Conclusion. Understanding these clauses with examples helps to follow the Bharatiya Shakya Adhiniyam properly. ਜੇਕਰ ਤੁਸੀਂ ਇਹਨਾਂ clauses ਨੂੰ ਉਦਾਹਰਨ ਦੇ ਨਾਲ ਸਮਝੋਗੇ ਤਾਂ ਇਹ ਤੁਹਾਡੀ ਬਹੁਤ ਹੈਲਪ ਕਰੇਗਾ ਭਾਰਤੀ ਸ਼ਾਕੀ ਅਧਿਨਿਯਮ ਦੇ ਰੂਲਸ ਫੋਲੋ ਕਰਨ ਵਿੱਚ।